एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद जिता जियो पिंड सब तेरा तू अंतर जामी पुरख भगवान दासन दास कह जन नानक जिहा तू कराहें तेहा करी वखियाना गुर नानक पद पंकज बंदन पाद पंकज बंदन सिमरांगद दुख निकंदन गुर अमरदास हृदय नित त्याऊं हृदय नित त्याऊं गुर रामदास गुण गाऊं गुर अर्जन बिघ्न के नासक बिघ्न के नासक गुर हरगोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाम बहोरी गुरु तेग बहादुर परम किरपाला जी परम किरपाला गुरु गोबिंद सिंह बिसाला तरं तारा पार पुनः पुनः सीसा जी पुनः पुनः सीसा बंदों बार बार जगदीशा तरं तारा पार पुनः पुनः सीसा जी पुनः पुनः सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कार्य अनुराग एक अंकारा सतगुरु जे प्रसाद सच हुए वाहिगुरु जी की फतेह है बिघ्न विनाशन सोए एक अंकारा सतगुरु जे प्रसाद सच हुए वाहिगुरु जी की फतेह है
ਬਿਗਨ ਬਿਨਾਸਨ ਸੋਏ। ਚੌਪਈ ਇਸ ਬਿਦ ਬੈਸੇ ਕਰਤ ਬਿਲਾਸੂ, ਸਤ ਸੰਗ ਜਗ ਭਗਤ ਪ੍ਰਕਾਸ਼ੂ। ਲਾਲੋ ਦਵਿਜ ਪੁਰ ਮਹਿ ਤਬ ਆਏ, ਨਿਜ ਪਰਿਵਾਰ ਨਿਕੇਤ ਬਸਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰ ਜਹੂਰ ਸਤਿਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀਵਨ ਭਾਗੀ ਹੋ। ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਔਰ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਬਿਦ ਬੈਸੇ ਕਰਤ ਬਿਲਾਸੂ, ਸਤ ਸੰਗ ਜਗ ਭਗਤ ਪ੍ਰਕਾਸ਼ੂ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਮਾਂ 'ਚ ਆਪ ਜੀ ਨੇ ਸਰਵਣ ਕੀਤਾ, ਭਾਈ ਮਰਦਾਨਾ ਜੀ ਦੇ ਮਨ ਵਿੱਚ ਸ਼ੰਕਾ ਆਈ ਕਿ ਜਿਹੜਾ ਸੰਤਾਂ ਦਾ ਨਿਰਾਦਰ ਹੈ, ਅਵੱਗਿਆ ਹੈ, ਕੁਝ ਕੁ ਲੋਕਾਂ ਨੇ ਕੀਤੀ, ਪਰ ਸਜ਼ਾ ਸਾਰੇ ਨਗਰ ਨੂੰ ਮਿਲ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤੇ ਇੱਕ ਢੰਗ ਤਰੀਕਾ ਵੀ ਵਰਤਿਆ। ਭਾਈ ਮਰਦਾਨਾ ਜੀ ਜਦੋਂ ਸੁੱਤੇ ਨੇ, ਢਿੱਡ ਦੇ ਉੱਤੇ ਥੋੜ੍ਹਾ ਜਿਹਾ ਮਿੱਠਾ ਸੁੱਟ ਦਿੱਤਾ, ਬਹੁਤ ਸਾਰੀਆਂ ਕੀੜੀਆਂ ਆਈਆਂ। ਭਾਈ ਮਰਦਾਨੇ ਨੂੰ ਜਦੋਂ ਇੱਕ ਕੀੜੇ ਨੇ ਵੱਢਿਆ, ਹੱਥ ਮਾਰਿਆ, ਉੱਤੋਂ ਕੀੜੀਆਂ ਝਾੜੀਆਂ, ਔਰ ਕੇਵਲ ਝਾੜੀਆਂ ਕਿ ਜਿੰਨੀਆਂ ਨੂੰ ਹੱਥ ਲੱਗਾ ਸਾਰੀਆਂ ਮਰ ਗਈਆਂ। ਬਸ ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੈ ਕਿ ਪਾਪ ਕੋਈ ਬੰਦਾ ਕਈ ਵਾਰੀ ਇੱਕ ਕਰਦਾ, ਉਹ ਸਾਰੇ ਨਗਰ ਨੂੰ ਲੈ ਡੁੱਬਦਾ ਹੈ। ਔਰ ਕੱਲ੍ਹ ਆਪ ਜੀ ਨਾਲ ਸਾਂਝੇ ਕੀਤੀ ਸੀ, ਕੋਈ ਨਾਮ ਜਪਣ ਵਾਲਾ ਹੋਵੇ ਤੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਕਿਹਾ, ਉਹ ਕਈਆਂ ਨੂੰ ਨਾਲ ਲੈ ਕੇ ਤਰ ਜਾਂਦਾ ਹੈ। ਔਰ ਪਾਪੀ ਬੰਦਾ ਹੋਵੇ, ਉਹ ਕਈਆਂ ਨੂੰ ਡੁਬੋ ਵੀ ਦਿੰਦਾ ਹੈ। ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਕਈ ਛੁੱਟ ਜਾਂਦੇ ਨੇ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਇਹ ਸਾਖਤ ਬੰਦੇ ਡੋਬਦੇ ਵੀ ਨੇ ਭਾਈ, ਇਹਨਾਂ ਤੋਂ ਬਚ ਕੇ ਨਿਕਲ ਜਾਣਾ ਚਾਹੀਦਾ ਹੈ। ਸਾਖਤ ਕਬੀਰ ਸਾਖਤ ਸੰਗ ਨ ਕੀਜੀਐ, ਦੂਰੋਂ ਜਾਈਐ ਭਾਗ। ਕਹਿੰਦੇ ਇਹਨਾਂ ਨੂੰ ਵੇਖ ਕੇ ਦੂਰੋਂ ਭੱਜ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਸਮਝਾਇਆ, ਇਸ ਤਰ੍ਹਾਂ ਬਚਨ ਬਿਲਾਸ ਹੋ ਰਹੀ ਸੀ, ਸਤ ਸੰਗਤ ਹੋ ਰਹੀ ਸੀ। ਪੁੰਨ ਲਾਲੂ ਦਵਿਜ ਪੁਰ ਮਹਿ ਤਬ ਆਏ, ਨਿਜ ਪਰਿਵਾਰ ਨਿਕੇਤ ਬਸਾਏ। ਕਹਿੰਦੇ ਉਧਰੋਂ ਭਾਈ ਲਾਲੂ ਜੀ ਤੇ ਭਾਈ ਲਾਲੂ ਜੀ ਨਾਲੋਂ ਪੰਡਿਤ ਬ੍ਰਾਹਮਣ, ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਇਸ ਨਗਰ ਤੋਂ ਬਾਹਰ ਚਲੇ ਜਾਓ। ਚਾਰ ਪੋਤੇ ਸੁੱਕਾ ਤਲਾਬ, ਉੱਥੇ ਜਾ ਕੇ ਡੇਰਾ ਲਾ। ਇਹ ਬਾਬਰ ਦਾ ਹਮਲਾ ਹੋ ਵਾਪਰਿਆ, ਲੋਕਾਂ ਨੇ ਲਾਸ਼ਾਂ ਦੇ ਸੰਸਕਾਰ ਕਰ ਦਿੱਤੇ। ਸ਼ਾਮ ਦੇ ਸਮੇਂ ਗੁਰੂ ਸਾਹਿਬ ਜੀ ਬੈਠੇ ਨੇ, ਇਹ ਦੋਵੇਂ ਆਏ, ਭਾਈ ਲਾਲੂ ਤੇ ਉਹ ਬ੍ਰਾਹਮਣ। ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੇ ਪਰਿਵਾਰ ਦੇ ਜੀ ਸਨ ਉਹਨਾਂ ਨੂੰ ਵਸਾ ਦਿੱਤਾ, ਸੰਭਾਲ ਰੱਖਿਆ।
ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਇਹ ਵੀ ਘਰ ਨੂੰ ਗਏ ਨੇ। ਸਰਬ ਬਿਰਤਾਂਤ ਦੇਖਪੁਰ ਕੇਰਾ, ਮਹਾ ਭਿਆਨ ਲੱਗੇ ਚੌਫੇਰਾ। ਹੁਣ ਭਾਈ ਲਾਲੋ ਜੀ ਨੇ, ਉਸ ਬ੍ਰਾਹਮਣ ਨੇ ਇੱਥੋਂ ਦਾ ਸਾਰਾ ਹਾਲ ਵੇਖਿਆ ਕਿ ਇੰਨਾ ਭਿਆਨਕ ਚਾਰ ਚੁਫੇਰਾ, ਇੰਨਾ ਡਰਾਉਣਾ ਕਿ ਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਸਨਾਟਾ ਛਾਇਆ ਪਿਆ ਹੈ। ਇਹ ਘਰ ਦੇ ਵਿੱਚੋਂ ਜੀਆਂ ਨੂੰ ਛੱਡ ਕੇ ਫਿਰ ਵਾਪਸ ਆਏ ਨੇ। ਪੁਣ ਦੋਨੋਂ ਪ੍ਰਭ ਟਿਕ ਚਲੇ ਆਏ, ਪਦ ਪੰਕਜ ਪਾਰ ਪਰ ਲਪਟਾਏ। ਭਾਈ ਲਾਲੋ ਤੇ ਉਹ ਬ੍ਰਾਹਮਣ ਦੋਵੇਂ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਨਮਸਕਾਰ ਕੀਤੀ ਔਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੰਮੇ ਪੈ ਕੇ ਚਰਨਾਂ ਦੇ ਨਾਲ ਹੀ ਲਿਪਟ ਗਏ, ਉੱਠੇ ਨਹੀਂ। ਭਾਨ ਸਮਾਨ ਸਰੂਪ ਨਿਹਾਰਾ, ਅੰਬਕ ਅੰਬੁਜ ਬਿਕਸੇ ਚਾਰਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਉਠਾਇਆ। ਉੱਠ ਕੇ ਬੈਠੇ ਗੁਰੂ ਸਾਹਿਬ ਜੀ ਦਾ ਸੂਰਜ ਵਰਗਾ ਚਮਕਦਾ ਹੋਇਆ। ਇਹਨਾਂ ਦੋਨਾਂ ਨੇ ਚਿਹਰਾ ਦੇਖਿਆ, ਦਰਸ਼ਨ ਕੀਤੇ, ਅੰਦਰ ਨੂੰ ਠੰਡ ਪਈ। ਅਣਕ ਭਾਤ ਕੇ ਉਸਤਤ ਠਾਨੀ, ਪਰਮ ਪ੍ਰਿਸਤਤ ਪੈ ਗੁਣ ਖਾਨੀ। ਇਹਨਾਂ ਦੋਵਾਂ ਨੇ ਭਾਈ ਲਾਲੋ ਨੂੰ ਤੇ ਬ੍ਰਾਹਮਣ ਨੇ ਗੁਰੂ ਸਾਹਿਬ ਜੀ ਦੀ ਕਈ ਤਰੀਕਿਆਂ ਦੇ ਨਾਲ ਉੱਥੇ ਸਿਫਤ ਕੀਤੀ, ਉਸਤਤ ਕੀਤੀ। ਸਤਿਗੁਰੂ ਜੀ ਇਹਨਾਂ ਦੋਵਾਂ ਤੋਂ ਬੜੇ ਪ੍ਰਸੰਨ ਹੋਏ ਨੇ। ਦੋਨੋਂ ਨਗਰ ਵਿਖੇ ਪੁਨ ਜਾਈ, ਅਣਕ ਪ੍ਰਕਾਰਣ ਮਹਿਮਾ ਗਾਈ। ਭਾਈ ਲਾਲੋ ਤੇ ਉਹ ਪੰਡਤ ਇਹ ਫਿਰ ਵਾਪਸ ਨਗਰ ਦੇ ਵਿੱਚ ਗਏ। ਆਪਣੇ ਆਂਢ ਗੁਆਂਢ ਗਲੀ ਮਹੱਲੇ ਜਿੱਥੇ ਘੁੰਮ ਲਿਆ, ਉੱਥੇ ਧੰਨ ਗੁਰੂ ਨਾਨਕ ਸਾਹਿਬ ਦੇ ਸਭ ਨੂੰ ਸਿਫਤ ਸੁਣਾਈ, ਸਭ ਨੂੰ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹਿਲੋਂ ਜਾਣਦੇ ਸਨ ਹਮਲਾ ਹੋਣਾ ਹੈ। ਉਹਨਾਂ ਨੇ ਸਾਨੂੰ ਪਹਿਲੋਂ ਕਿਰਪਾ ਕਰਕੇ ਇਸ ਨਗਰ ਚੋਂ ਬਾਹਰ ਕੱਢ ਦਿੱਤਾ ਸੀ। ਉਹ ਆਪ ਹੀ ਪਰਮੇਸ਼ਰ ਨੇ। ਹਿੰਦੂ ਤੁਰਕ ਹੁਤੇ ਸਭ ਜਈ, ਆੜ ਚਰਨ ਲਪਟਾਨੇ ਤੇ। ਜਿੰਦੇ ਹਿੰਦੂਆਂ ਨੇ ਸੁਣਿਆ ਕਿ ਉਹ ਆਪ ਰੱਬ ਨੇ, ਆਪ ਹੀ ਭਗਵਾਨ ਨੇ। ਉਹ ਦੌੜਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ। ਜਿੰਨੇ ਪਠਾਨਾਂ ਨੇ ਸੁਣਿਆ, ਜਿੰਨੇ ਤੁਰਕਾਂ ਨੇ ਸੁਣਿਆ, ਜਿੰਨੇ ਵੀ ਸੁਣਿਆ, ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੱਜਦੇ ਆਏ। ਭੀਰ ਪਏ ਚਹੁੰਦਿਸ ਜਗਤੇਸ਼ਾ, ਸਤਨਾਮ ਦੇਨੋ ਉਪਦੇਸ਼ਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਾਰੇ ਪਾਸੇ ਫਿਰ ਭੀੜ ਲੱਗੀ ਔਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਰਿਆਂ ਨੂੰ ਫਿਰ ਉਹੀ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ। ਭਈ ਨਾਮ ਜਪਿਆ ਕਰੋ, ਰਾਮ ਕਹਿਣ ਵਾਲੇ ਰਾਮ ਕਿਹਾ ਕਰੋ, ਅੱਲਾ ਕਹਿਣ ਵਾਲੇ ਅੱਲਾ ਨੂੰ ਯਾਦ ਕਰਿਆ ਕਰੋ। ਸੰਤ ਅਤਿਥ ਕੇ ਸੇਵਾ ਕਰਨੀ, ਤੇ ਕੇ ਮਹਿਮਾ ਬਹੁ ਬਿਦ ਬਰਣੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਐਵਣਾ ਬਾਦ ਵਾਲੇ, ਬਸ ਇੱਕ ਗੱਲ ਚੇਤੇ ਰੱਖਿਓ, ਕੋਈ ਸੰਤ ਭਗਤ ਆਵੇ ਉਹਨਾਂ ਦੀ ਸੇਵਾ ਜ਼ਰੂਰ ਕਰਨੀ ਹੈ। ਉਹਨਾਂ ਸੰਤਾਂ ਦੇ ਕਈ ਤਰ੍ਹਾਂ ਦੀ ਮਹਿਮਾ ਗੁਰੂ ਸਾਹਿਬ ਜੀ ਨੇ ਕਹਿ ਕੇ ਸੁਣਾਈ ਕਿ ਭਾਈ ਸਾਰੇ ਪਖੰਡੀ ਵੀ ਨਹੀਂ ਹੁੰਦੇ, ਤੇ ਕੋਈ ਵੀ ਮੰਗਣ ਵਾਸਤੇ ਆ ਜਾਏ ਉਹਨਾਂ ਨੂੰ ਮਾੜਾ ਬੋਲ ਨਹੀਂ ਬੋਲਣਾ। ਉਹਨਾਂ ਦੀ ਸੇਵਾ ਹੋ ਸਕੇ ਤੇ ਕਰਨੀ, ਨਹੀਂ ਤੇ ਘੱਟੋ ਘੱਟ ਮਾੜਾ ਬੋਲ ਕਿਸੇ ਨੂੰ ਨਹੀਂ ਬੋਲਣਾ, ਨਿਰਾਦਰ ਨਹੀਂ ਕਰਨਾ। ਦਵੈ ਦਿਨ ਪੁਨ ਪ੍ਰਭ ਤਹਾਂ ਬਿਤਾਏ, ਗਮਨੇ ਅਪਰ ਥਾਨ ਮਨ ਭਾਏ। ਕਹਿੰਦੇ ਉੱਥੋਂ ਦੇ ਲੋਕਾਂ ਨੇ ਨਮਸਕਾਰ ਕੀਤੀ ਔਰ ਸਤਿਗੁਰ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਜੀ ਸਤ ਬਚਨ ਨੇ ਕਿ ਅੱਜ ਤੋਂ ਬਾਅਦ ਨਰਾਦਰ ਤੇ ਅਸੀਂ ਪੱਕਾ ਕਿਸੇ ਦਾ ਨਹੀਂ ਕਰਾਂਗੇ। ਜਿੰਨੇ ਹੋ ਸਕੇ ਆਏ ਗਏ ਸੰਤਾਂ ਦੀ, ਭਗਤਾਂ ਦੀ, ਬਾਹਰੋਂ ਆਏ ਹੋਏ ਅਤਿਥੀਆਂ ਦੀ ਸੇਵਾ ਹੀ ਕਰਾਂਗੇ। ਇਸ ਤਰ੍ਹਾਂ ਸਤਿਗੁਰੂ ਜੀ 2 ਦਿਨ ਹੋਰ ਉਸੇ ਥਾਂ 'ਤੇ ਰਹੇ ਜਿੱਥੇ ਗੁਰਦੁਆਰਾ ਰੂੜੀ ਸਾਹਿਬ ਬਣਿਆ ਹੋਇਆ ਹੈ ਔਰ 2 ਦਿਨ ਰਹਿ ਕੇ ਉੱਥੋਂ ਦੇ ਲੋਕਾਂ ਨੂੰ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ, ਸਤ ਸੰਗਤ ਕੀਤੀ। ਗੁਰੂ ਸਾਹਿਬ ਜੀ ਹੁਣ ਉੱਥੋਂ ਅਗਲੇ
ਥਾਂ ਤੇ ਚੱਲਣ ਵਾਸਤੇ ਤਿਆਰ ਹੋਏ। ਸੰਤਨ ਚਿਰ ਸਰੀਰੈ ਸਾਜੈ, ਸੁਭਾਗ ਸਿਤਾ ਸਿਤ ਸ਼ਮਸ਼ ਬਿਰਾਜੇ। ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਜਿਹੜਾ ਪਹਿਰਾਵਾ ਪਾਇਆ ਹੋਇਆ ਸੀ ਉਹ ਫਕੀਰਾਂ ਵਾਲਾ ਹੈ। ਸਤਿਗੁਰੂ ਜੀ ਜਿਹੜਾ ਦਾੜਾ ਹੈ ਉਹ ਕਾਲਾ ਹੈ, ਵਿੱਚ ਕੁਝ ਵਾਲ ਜਿਹੜੇ ਨੇ ਚਿੱਟੇ ਨੇ। ਕਾਲਾ ਤੇ ਚਿੱਟਾ ਦਾੜਾ ਉਹਨਾਂ ਦਾ ਫੱਬ ਰਿਹਾ ਸੀ। ਤੀਨ ਲੋਕ ਕੋ ਕਰਤਾ ਜੋ, ਵੇਖ ਫਕੀਰੇ ਵਿਚਰਤ ਸਹੂ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ ਤਿੰਨਾਂ ਲੋਕਾਂ ਦੇ ਮਾਲਕ ਨੇ, ਆਪ ਜਿਹੜੇ ਪਰਮੇਸ਼ਰ ਨੇ, ਆਪ ਨਾਰਾਇਣ ਨੇ, ਉਹਨਾਂ ਦੀ ਆਪਣੀ ਮੌਜਾ ਕੋ ਫਕੀਰਾਂ ਵਾਲਾ ਪਹਿਰਾਵਾ ਪਾ ਕੇ ਵਿਚਰ ਰਹੇ ਨੇ। ਮੰਦ ਮੰਦ ਮਗ ਵਿਖੇ ਸੁਹਾਏ, ਸਸੁਰੇ ਨਗਰ ਨਿਕਟ ਚਲੇ ਆਏ। ਕਹਿੰਦੇ ਹੌਲੀ ਹੌਲੀ ਚੱਲਦੇ ਹੋਏ ਸਤਿਗੁਰੂ ਜੀ ਬੜੇ ਸੋਹਣੇ ਲੱਗ ਰਹੇ ਨੇ। ਚਲਦਿਆਂ ਚਲਦਿਆਂ ਸਤਿਗੁਰੂ ਜੀ ਪਹੁੰਚੇ ਨੇ ਸਹੁਰੇ ਨਗਰ, ਸਹੁਰਿਆਂ ਦੇ ਪਿੰਡ ਬਕਾਲੇ ਪਹੁੰਚੇ ਨੇ। ਵਹਿਰ ਅਜਿਤੇ ਕੂਪ ਸੁਹਾਵਾ, ਹੁਤੇ ਸਗਨ ਸੁੰਦਰ ਤੇ ਛਾਇਆ। ਕਹਿੰਦੇ ਨਗਰ ਦੇ ਬਾਹਰ ਜਿੱਥੇ ਅਜਿੱਤੇ ਰੰਧਾਵੇ ਦਾ ਖੂਹ ਸੀ, ਖੂਹ ਉੱਤੇ ਰੁੱਖ ਸਨ। ਬੜੀ ਸੋਹਣੀ ਸਾਧ ਸਤਿਗੁਰੂ ਜੀ ਨੇ ਦੇਖੀ। ਦੇਖ ਥਾੜ ਰਮਣੀਕ ਗੁਸਾਈ, ਬੈਠ ਗਏ ਹਮ ਸੋ ਬਿਗਸਾਈ। ਕਹਿੰਦੇ ਉਹ ਸੋਹਣੀ ਠੰਡੀ ਥਾਂ ਵੇਖ ਕੇ ਨਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਵੱਲ ਵੇਖਦੇ ਨੇ। ਭਾਈ ਬਾਲਾ ਜੀ ਕਹਿ ਰਹੇ ਨੇ ਕਿ ਮੇਰੇ ਵੱਲ ਤੇ ਭਾਈ ਮਰਦਾਨੇ ਵੱਲ ਵੇਖ ਕੇ ਨਾ ਥੋੜ੍ਹਾ ਜਿਹਾ ਮੁਸਕਰਾਏ, ਤੇ ਮੁਸਕਰਾ ਕੇ ਕਹਿੰਦੇ ਨੇ ਸੈਨ ਵਿਸਾਲ ਕੀਣ ਸਭ ਦੇਸਾ, ਹੁਤੇ ਨਿਦੇਸ਼ ਐਸ ਜਗ ਤੇਸਾ। ਸਤਿਗੁਰੂ ਜੀ ਕਹਿੰਦੇ ਨੇ ਬਾਲਿਆ ਭਾਈ ਮਰਦਾਨਿਆ ਕਿ ਦੇਸ਼ਾਂ ਵਿਦੇਸ਼ਾਂ ਦੀ ਬੜੀ ਸੈਰ ਕੀਤੀ ਹੈ, ਔਰ ਇਕੱਲੀ ਦੇਸ਼ਾਂ ਵਿਦੇਸ਼ਾਂ ਦੀ ਨਹੀਂ, ਇਹ ਕਹਿੰਦੇ ਕਿ ਖੰਡਾ ਬ੍ਰਹਮੰਡਾਂ ਦੀ ਵੀ ਸੈਰ ਕਰਕੇ ਆ ਗਏ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਤਕ ਕਾਲ ਆਪ ਬੈਸ ਬਿਤਾਊਂ, ਮਗਨ ਆਨੰਦ ਪ੍ਰਭੂ ਗੁਣ ਗਾਵੂੰ। ਸਤਿਗੁਰੂ ਜੀ ਕਹਿੰਦੇ ਨੇ ਮਰਦਾਨੇ ਹੁਣ ਕੁਝ ਕੁ ਸਮਾਂ ਬੈਠ ਕੇ ਬਤੀਤ ਕਰੀਏ। ਸੈਰ ਤਾਂ ਬੜੀ ਕਰ ਰਹੇ, ਹਾਲੇ ਸੈਰ ਵਾਸਤੇ ਫਿਰ ਵੀ ਜਾਣਾ ਹੈ। ਔਰ ਸੈਰ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਨੇ, ਅਸਲ ਵਿੱਚ ਜਾਣਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਪਰਉਪਕਾਰ ਜਿਹੜਾ ਗੁਰੂ ਸਾਹਿਬ ਜੀ ਨੇ ਕਰਨਾ ਹੈ, ਉਹਨਾਂ ਦਾ ਭਲਾ ਕਰਨਾ ਹੈ। ਕਿ ਹੁਣ ਕਾਫੀ ਸਮਾਂ ਇੱਥੇ ਬੈਠ ਕੇ ਆਪਾਂ ਬਤੀਤ ਕਰਾਂਗੇ, ਤੇ ਇਕੱਲਾ ਬੈਠਣਾ ਨਹੀਂ, ਵਿਹਲੇ ਨਹੀਂ ਬੈਠਣਾ, ਆਨੰਦ ਦੇ ਵਿੱਚ ਮਗਨ ਹੋ ਕੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਹੈ। ਮਰਦਾਨਿਆਂ ਤਾਰ ਛੇੜ, ਉਸ ਰੱਬ ਦੀ ਸਿਫਤ ਕਰੀਏ, ਕੁਝ ਉਹਦੇ ਗੁਣਾਂ ਨੂੰ ਕਹੀਏ। ਹੁਣ ਕੁਝ ਸਮਾਂ ਬੈਠ ਕੇ ਬਤੀਤ ਕਰੀਏ। ਮਨੁੱਖ ਇੱਕ ਬਿਲੋਕਤ ਦੌਰਾ, ਸੁਧ ਕਿੰਨੇ ਮੂਲਾ ਜਿਸ ਠੌਰਾ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੀਰਤਨ ਕਰ ਰਹੇ ਨੇ, ਇੱਥੋਂ ਦੇ ਇੱਕ ਬੰਦੇ ਨੇ ਦੇਖਿਆ ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਪਹਿਚਾਣ ਗਿਆ ਕਿ ਇਹ ਤੇ ਭਾਈ ਮੂਲ ਚੰਦ ਜੀ ਦਾ ਜਵਾਈ ਹੈ, ਔਰ ਬੜੇ ਸਾਲਾਂ ਬਾਅਦ ਨਗਰ ਵਿੱਚ ਆਇਆ ਹੈ। ਇਹਨੇ ਦੇਖ ਕੇ ਨੇੜੇ ਨਹੀਂ ਆਇਆ, ਉੱਥੋਂ ਇਹ ਜਿਉਂ ਭੱਜਿਆ ਭੱਜਦਾ ਹੋਇਆ ਮੂਲ ਚੰਦ ਦੇ ਘਰ ਪਹੁੰਚ ਗਿਆ। ਵਹਿਰ ਜਮਾਤਾ ਆਏ ਉਤੇਰੋ, ਨਿਕਸੇ ਜਿਹੇ ਪਾ ਕਾਲ ਕਨੇਰੋ। ਹੁਣ ਇਹਨੇ ਜਾ ਕੇ ਖਬਰ ਸੁਣਾਈ ਕਿ ਮੂਲ ਚੰਦ ਜੀ ਬਾਹਰ ਤੁਹਾਡੇ ਜਵਾਈ ਆਇਆ ਹੈ, ਕਿ ਜਿਹੜੇ ਕਈ ਸਾਲਾਂ ਤੋਂ ਪਤਾ ਹੀ ਨਹੀਂ ਸਨ ਕਿੱਥੇ ਨੇ। ਤੁਹਾਡੇ ਲਈ ਖੁਸ਼ ਖਬਰੀ ਹੈ ਕਿ ਤੁਹਾਡਾ ਜਵਾਈ ਬਾਹਰ ਆ ਕੇ ਅਜਿੱਤੇ ਰੰਧਾਵੇ ਦੇ ਖੂਹ 'ਤੇ ਬੈਠਾ ਹੈ। ਸੁਧ ਸੁਣ ਕੇ ਤੂਰ ਲੁੱਟ ਤਾਇਓ, ਸੰਗ ਅਜਿੱਤੇ ਕੋ ਲੈ ਆਇਓ।
कहते मूल चंद खबर सुनते नाल फौरन उस वे उठिया है, तो उठ के कोई बहुत खुशी करके नहीं उठिया कि कई सालों के अंदर बड़ा गुस्सा सी। इन्हें नाल अपने अंजते रंधावे नूं भी लिया है कि जाके कुछ तुसी समझाओ, कुछ मैं कहांगा। कब को रहो क्रोध और पूरी, बेख फकेरे देखियो रूरी। कहते भाई मूलचंद के अंदर बाबा मूलचंद जी गुस्सा तो पहलू बड़ा सी कि कई साल हो गए आए नहीं, पर हुण जदों देखा कि इन्होंने पहरावा भी फकीरां वाला पाया है, वो जिहड़ा गुस्सा से होर दोगुना चौगुना हो गया। अधिक क्रोध हृदय में होवा, गयो समीप ठांड है जोवा। कहते गुस्सा जिहड़ा से होर ज़्यादा बढ़ गया। नेड़े जाके बाबा मूलचंद जी खलो गए। धन गुरु नानक देव सच्चे पातशाह जी के नेत्र बंद ने, भावें जानते हैं कि सौरा साहब जी आए ने, तो हुण बोल कुछ बोलने ने कौड़े कौड़े भी, पर गुरु साहब जी ने नेत्र नहीं खोले। बहु कठोर मुख बचन अलावा, छाते दाह करण तुम आवा। कहते आउंदे चंद मूलचंद जी ने बहुत जिहड़े कठोर ते सख्त बोल बोले। इतों तो कह दिता कि साडे छाते तो हुण सामने छाते के उत्ते अग बालण आया, छाते नूं सड़ना है कि किन्ने सालों की खबर ही नहीं सी कित्थे हो। पिखे सहोदर जब इस चाला, पीड़ा बंधावने मुझे बसाला। पिखे सहोदर, सहोदर कहते ने शरीके वाले। जो मेरे शरीक भरा देखणगे तो मैनू होर पीड़ा देणगे, होर दुखी करनगे। की कहणगे कि तेरा जवाई तू तो पटवारी का पुत्र लभ्या सी, तू तो नवाब का मोदी लभ्या सी, पर ये फकीर बन गया। तो फकीर है, फकीरा वाला पहरावा पाया है। निज स्त्री तजकार सुत दो, नहीं आए सुध लेने को। हुण मूलचंद ने अपना मीटर फड़िया है, स्पीड फड़ी, बोली जा रहे हैं कि अपने इस्त्री साडे सत्कारयोग माता सुलखनी जी, अपने दोवें पुत्र, उन्होंने तुसीं इवें दा छड्ड के गए, कई सालों तो खबर सारी नहीं लई। श्री चंद जय राम कर किन्ने आनंद बिलास। मूलचंद कहते ने श्री चंद तो वड्डा सी, ते तुहाडे भाईए जयराम दे घरों रहा भी बड़ा खुश, बड़े आनंद बिलास कीते। जब को तिन पर लोक भा, आयो मोर आवास। पर जदों तो तुहाडी भैन बेबे नानकी जी जयराम जी वो परलोक चले गए, उस तो बाद भी साडे कोल आ गया। सब के मैं प्रत पारण कीनी, नहीं आए इन कब सुध लीनी। तुहाडे बच्चों के सारिਆਂ ਦੀ प्रतिपालना मैं की। मूलचंद जी कह रहे हैं कि तुसीं कदे आके खबर ही नहीं लई, कदे कोई आके मिठा वचन ही नहीं बोलिया। होनो हुतो फकीर जे, ऐसे निज परिवार सहेरियो कैसे। मूलचंद जी कहते हैं नानक जी जे फकीर ही बनना सी, जे फकीरी पहरावा ही पाउणा सी, तो फिर एडा वड्डा परिवार को सहेलिया, फिर की लोड़ से विआह कराउण दी कि जे घर वाले नूं बच्चों नूं छड्ड के इसे तरह चले जाना सी। और धन गुरु नानक देव सच्चे पातशाह जी वो धन ने साडे वास्ते इन्ना परोपकार कीता कि घर परिवार नूं छड्ड के कई कई साल भुले हुए लोगों नूं सेध ही दिंदे रहे, सीधे रस्ते पाउंदे रहे। पर मूलचंद जी इस गल नूं जाणदे नहीं, वो केवल इन्ना जाणदे ने कि साडा जवाई है। वो हजे तक नहीं समझ सके कि ये आप परमेश्वर है। लोगों तो सिर्फ तो सुनते भी ने
ਤੇ ਮੂਲ ਚੰਦ ਜੀ ਜਿੰਦੇ ਤੋਂ ਸੁਣਦੇ ਨੇ ਉਹਨੂੰ ਪਾਗਲ ਹੀ ਕਹਿ ਦਿੰਦੇ ਨੇ, ਇਹ ਵੀ ਕਮਲਾ ਹੋ ਗਿਆ ਕਿ ਮੇਰੇ ਜਵਾਈ ਦੀ ਸਿਫਤ ਕਰਦੇ ਨੇ ਜਿਹੜਾ ਆਪ ਫਕੀਰ ਹੋ ਗਿਆ ਹੈ। ਸ੍ਰੀ ਨਾਨਕ ਸੁਣਤੇ ਸਭ ਰਹੇ, ਕੋ ਵਾਕ ਨਾ ਮੁਖ ਤੇ ਕਹੇ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਸੋਹਰਾ ਸਾਹਿਬ ਦੇ ਸਾਰੀਆਂ ਗੱਲਾਂ ਸੁਣਦੇ ਰਹੇ, ਪਰ ਨੇਤਰ ਬੰਦ ਰੱਖੇ ਕੁਝ ਨਹੀਂ ਬੋਲੇ ਕਿ ਸੁਣਾਈ ਜਾਓ। ਸੁਣਿਆ ਸਾਰਾ ਕੁਝ, ਬੋਲੇ ਕੁਝ ਨਹੀਂ। ਤਬੇ ਅਜਿੱਤੇ ਨੇ ਸਮਝਾਇਓ, ਕਹਿਣ ਕਠੋਰ ਨਾ ਤੁਮ ਬਣੇ ਆਇਓ। ਕਿਉਂਕਿ ਅਜਿੱਤੇ ਰੰਧਾਵੇ ਨੂੰ ਕੁਝ ਕੁਝ ਭਰੋਸਾ ਸੀ, ਉਹ ਕੁਝ ਉਹਨੂੰ ਝਲਕ ਪਈ ਸੀ ਕਿ ਇਹ ਆਪ ਹੀ ਰੱਬ ਨੇ ਜਾਂ ਰੱਬ ਦੇ ਭੇਜੇ ਹੋਏ ਕੋਈ ਅਵਤਾਰ ਨੇ। ਅਜਿੱਤਾ ਰੰਧਾਵਾ ਕਹਿੰਦਾ ਕਿ ਮੂਲ ਚੰਦ ਕਿ ਬਈ ਇੰਨੇ ਕੌੜੇ ਬੋਲਦੇ ਨਾ ਬੋਲ, ਇਸ ਤਰ੍ਹਾਂ ਤਾਂ ਨਹੀਂ ਬੋਲਣਾ ਚਾਹੀਦਾ। ਜੇ ਨਾ ਰੱਬ ਜਾਣੇ, ਨਾ ਰੱਬ ਦਾ ਕੋਈ ਖਾਸ ਸੰਤ ਜਾਣੇ, ਘੱਟੋ ਘੱਟ ਜਵਾਈ ਤੇ ਹੈ ਨਾ ਤੁਹਾਡਾ। ਇਸ ਤਰ੍ਹਾਂ ਦੇ ਬੋਲ ਤਾਂ ਨਹੀਂ ਬੋਲਣੇ ਚਾਹੀਦੇ। ਇਸ ਬਿਦ ਕਹਿ ਨਿਜ ਸਦਨ ਸਿਧਾਇਓ, ਬਹੁ ਉੱਤਮ ਭੋਜਨ ਬਣਵਾਇਓ। ਕਹਿੰਦੇ ਇਸ ਤਰ੍ਹਾਂ ਕਹਿ ਕੇ ਭਾਈ ਅਜੀਤਾ ਆਪਣੇ ਘਰ ਨੂੰ ਚਲਾ ਗਿਆ। ਭਾਈ ਮੂਲ ਚੰਦ ਜੀ ਵੀ ਆਪਣੇ ਘਰ ਨੂੰ ਚਲਾ ਗਿਆ। ਮੂਲ ਚੰਦ ਨੇ ਜਾ ਕੇ ਭੋਜਨ ਵੀ ਬਣਵਾਇਆ ਵੀ ਲੰਗਰ ਪਾਣੀ ਤਿਆਰ ਕਰੋ ਭਾਈ। ਚਾਰ ਚੇਰਲੇ ਕਰ ਨਿਜ ਹਾਥਾ, ਗਮਣਿਓ ਬਹੁਰ ਨਿਕਟ ਜਗਨਾਥਾ। ਇਹ ਆਪਣੇ ਘਰੋਂ ਭੋਜਨ ਲੈ ਕੇ ਮੂਲ ਚੰਦ ਜੀ ਸੋਹਣੇ ਕੱਪੜੇ ਲੈ ਕੇ ਇਹ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਹੈ। ਰਿਸ ਸੋ ਜਰਤ ਜਾਸ ਕੇ ਛਾਤੇ, ਬ੍ਰਿਕਤ ਰੇਤ ਹਿਰਦੇ ਨਾ ਸੁਹਾਤੇ। ਕਿ ਜਿਹੜੇ ਮੂਲ ਚੰਦ ਦੀ ਛਾਤੀ ਤੇ ਭਾਵੇਂ ਈਰਖਾ ਦੇ ਨਾਲ ਸੱਟ ਰਹੀ ਸੀ, ਗੁੱਸੇ ਨਾਲ ਕਿ ਪਹਿਰਾਵਾ ਕਿਵੇਂ ਦਾ ਪਾਇਆ ਹੈ। ਘਰੋਂ ਕੱਪੜੇ ਲੈ ਕੇ ਆਇਆ ਕਿ ਇਹ ਪਹਿਰਾਵਾ ਲਾ ਕੇ ਕੱਪੜੇ ਇਹ ਪਾਉਣੇ ਨੇ। ਉਹਨਾਂ ਦੇ ਰੀਤ, ਇਹ ਮਰਿਆਦਾ, ਇਹ ਪਹਿਰਾਵਾ ਮੂਲ ਚੰਦ ਨੂੰ ਨਹੀਂ ਚੰਗਾ ਲੱਗ ਰਿਹਾ। ਭੋਜਨ ਧਰ ਕੇ ਗਿਰਾ ਅਲਾਏ, ਖਾਵੋ ਤੂੰ ਨਿਤ ਕੋ ਦੁਖਦਾਈ। ਨਾਲੇ ਤਾਂ ਸਤਿਗੁਰੂ ਦੇ ਅੱਗੇ ਭੋਜਨ ਰੱਖਿਆ ਤੇ ਨਾਲੇ ਕਹਿੰਦੇ ਛਕ ਲਓ ਜੀ। ਦਿੰਦੇ ਤੇ ਦੁੱਖ, ਪਰ ਭੋਜਨ ਤੇ ਛਕ ਲਓ, ਪ੍ਰਸ਼ਾਦਾ ਤੇ ਛਕੋ। ਵੇਖ ਫਕੀਰੇ ਤਜੋ ਅਬ, ਪਹਿਰੋ ਬਸਨ ਜੇ ਚਾਰ। ਕਹਿੰਦੇ ਪਹਿਲੋਂ ਪ੍ਰਸ਼ਾਦਾ ਛਕੋ ਤੇ ਫਿਰ ਆ ਜਿਹੜੇ ਫਕੀਰਾਂ ਵਾਲੇ ਕੱਪੜੇ ਪਾਏ ਨੇ ਇਹਨਾਂ ਨੂੰ ਵੀ ਲਾ ਦਿਓ। ਆ ਮੈਂ ਘਰੋਂ ਲੈ ਕੇ ਆਇਆ, ਆ ਸੋਹਣੇ ਜਿਹੇ ਕੱਪੜੇ ਪਾਓ, ਫਿਰ ਘਰ ਨੂੰ ਚੱਲੋ। ਹਮਰੇ ਸੁਦਰ ਬੰਦ ਜੇ, ਤਿੰਨ ਮੈਂ ਨਹਿ ਕਰ ਖੁਆਰ। ਕਿ ਘੱਟੋ ਘੱਟ ਜਿਹੜੇ ਮੇਰੇ ਸਹੋਦਰ, ਮੇਰੇ ਭਾਈ ਬੰਧੂ ਨੇ, ਜਿਹੜੇ ਸ਼ਰੀਕੇ ਵਾਲੇ ਨੇ, ਉਹਨਾਂ ਦੇ ਵਿੱਚ ਤੇ ਮੇਰੀ ਖੁਆਰੀ ਨਾ ਕਰੋ, ਉਹਨਾਂ ਦੇ ਵਿੱਚ ਤੇ ਮੇਰੀ ਇੱਜ਼ਤ ਬਣੀ ਰਹਿਣ ਦਿਓ। ਇਹ ਕੱਪੜੇ ਲਾ ਕੇ ਸੰਸਾਰੀਆਂ ਵਾਲੇ ਸੋਹਣੇ ਜਿਹੇ ਕੱਪੜੇ ਪਾਓ। ਪਹਿਰੇ ਚੇਰਨਾ ਭੋਜਨ ਖਾਹੀ, ਸ੍ਰੀ ਪ੍ਰਭ ਮੁਖ ਤੇ ਬੋਲਤ ਨਾਹੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇਤਰ ਬੰਦ ਕਰਕੇ ਬੈਠੇ ਰਹੇ, ਨਾ ਤੇ ਕੱਪੜੇ ਪਾਏ, ਨਾ ਹੀ ਮੂਲ ਚੰਦ ਦਾ ਲਿਆਂਦਾ ਹੋਇਆ ਭੋਜਨ ਛਕਿਆ, ਨਾ ਹੀ ਮੁਖ ਤੋਂ ਕੁਝ ਬੋਲੇ, ਕੇਵਲ ਬੈਠੇ ਰਹੇ, ਚੁੱਪ ਕਰਕੇ ਬੈਠੇ ਰਹੇ। ਸ੍ਰੀ ਚੰਦ ਤਬ ਲਖਮੀ ਦਾਸਾ, ਬੰਧਨ ਕੇ ਨਿਆਣ ਪਿਤ ਪਾਸਾ। ਕਹਿੰਦੇ ਇੰਨੇ ਨੂੰ ਬਾਬਾ ਸ਼੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ ਉਹ ਵੀ ਆ ਗਏ, ਕਿਉਂਕਿ ਹੁਣ ਤੱਕ ਜਵਾਨ ਹੋ ਗਏ ਸਨ। ਆ ਕੇ ਜਦੋਂ ਖਬਰ ਮਿਲੀ ਕਿ ਗੁਰੂ ਪਿਤਾ ਆਏ ਨੇ, ਪਿਤਾ ਹੀ ਜਾਣਿਆ, ਕੇਵਲ ਗੁਰੂ ਤੇ ਸਮਝਿਆ ਨਹੀਂ ਸੀ। ਪਿਤਾ ਜਾਣ ਕੇ ਆ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਪਿਆਰ ਕੀਤਾ, ਇੱਕ ਨੂੰ ਸੱਜੇ ਇੱਕ ਨੂੰ ਖੱਬੇ ਬਿਠਾਇਆ। ਬੈਠਿਓ ਪਹਿਰ ਬਤੀਤਿਓ ਜਬ ਹੀ, ਪਹਿਰੋ ਖਾਇਓ ਨਹਿ ਕਿਛ ਤਬ ਹੀ। ਇਸੇ ਤਰ੍ਹਾਂ ਬੈਠਿਆ ਬੈਠਿਆ ਪੂਰਾ ਇੱਕ ਪਹਿਰ ਬੀਤ ਗਿਆ। ਇੱਕ ਪਹਿਰ ਤਕਰੀਬਨ 3 ਘੰਟੇ।
ਨਾ ਤਾਂ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਨਾ ਹੀ ਮੂਲ ਚੰਦ ਜੀ ਦੇ ਲਿਆਂਦੇ ਹੋਏ ਉਹ ਕੱਪੜੇ ਪਾਏ। ਬਸ ਨਾ ਬਸਾਵੈ ਰਿਸੋ ਬਿਸਾਲਾ, ਉੱਠ ਆਇਓ ਮੂਲਾ ਤੇ ਕਾਲਾ। ਪਰ ਬਾਬਾ ਮੂਲ ਚੰਦ ਜੀ ਦਾ ਵਸ ਕੋਈ ਨਹੀਂ ਚੱਲਦਾ ਕਿ ਮੈਂ ਇੰਨਾ ਬੋਲਿਆ, ਇੰਨਾ ਕੁਛ ਕਿਹਾ, ਇਹਨਾਂ ਜਵਾਬ ਹੀ ਕੋਈ ਨਹੀਂ ਦਿੱਤਾ। ਇਹ ਨਾ ਹੀ ਕੁਛ ਖਾ ਲਏ ਨੇ, ਨਾ ਹੀ ਮੇਰੇ ਲਿਆਂਦੇ ਹੋਏ ਕੱਪੜੇ ਪਾਏ ਨੇ, ਵਸ ਨਹੀਂ ਚੱਲਦਾ। ਹੁਣ ਸਮਝਾਵਾਂ ਕਿਵੇਂ, ਕਵਾਂ ਕਿਵੇਂ? ਮੂਲ ਚੰਦ ਜੀ ਗੁੱਸੇ ਵਿੱਚ ਆ ਕੇ ਫਿਰ ਉੱਠ ਕੇ ਘਰ ਨੂੰ ਚਲੇ ਗਏ। ਸਿਰੇ ਪ੍ਰਭ ਰਹੇ ਬਿਰਾਜਤ ਤਾਹੀ, ਜਿਨ ਕੇ ਦੇਖਤ ਦੁਖ ਨਸਾਹੀ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ ਕਰਦੇ ਕਰੋੜਾਂ ਜਨਮਾਂ ਦੇ ਦੁੱਖ, ਕਰੋੜਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਨੇ। ਉਹ ਸਤਿਗੁਰੂ ਜੀ ਉਸੇ ਤਰ੍ਹਾਂ ਆਨੰਦ ਵਿੱਚ ਉਸੇ ਖੂਹ 'ਤੇ ਬੈਠੇ ਰਹੇ। ਜੇ ਮਹਿਮਾ ਜਾਣੇ ਗੁਰ ਕੇਰੀ, ਸੇ ਆਵੇ ਤੇ ਦਰਸ਼ਨ ਹੇਰੀ। ਬਸ ਮੂਲ ਚੰਦ ਜੀ ਨਹੀਂ ਪਤਾ ਲੱਗਿਆ ਮੂਲ ਚੰਦ ਨੂੰ ਕਿ ਇਹ ਆਪ ਰੱਬ ਨੇ। ਪਰ ਇੱਥੋਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਪਤਾ ਸੀ, ਜਿਹੜੇ ਮਹਿਮਾ ਜਾਣਦੇ ਸਨ, ਸਣੇ ਅਜਿੱਤੇ ਰੰਧਾਵੇ ਦੇ, ਜਿਨ੍ਹਾਂ ਨੂੰ ਪਤਾ ਲੱਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ, ਸਾਰੇ ਦਰਸ਼ਨ ਕਰਨ ਵਾਸਤੇ ਆਏ। ਬੰਧਨ ਕਰੇ ਜਨਮ ਫਲ ਪਾਵੈ, ਰਹੇ ਨਿਕਟ ਪੁਨ ਸਦਨ ਸਿਧਾਵੈ। ਉਹ ਆ ਕੇ ਸਤਿਗੁਰ ਦੇ ਚਰਨਾਂ 'ਚ ਨਮਸਕਾਰ ਕਰਦੇ ਨੇ, ਆ ਕੇ ਆਪਣੇ ਜਨਮਾਂ ਦਾ ਫਲ ਪਾਉਂਦੇ ਨੇ, ਕਈ ਤਰ੍ਹਾਂ ਦੇ ਮਨ ਇੱਛੇ ਫਲ ਪ੍ਰਾਪਤ ਕਰਦੇ ਨੇ। ਔਰ ਕੁਝ ਸਮਾਂ ਗੁਰੂ ਸਾਹਿਬ ਦੇ ਕੋਲ ਬੈਠਦੇ ਨੇ, ਉੱਠ ਕੇ ਘਰਾਂ ਨੂੰ ਚਲੇ ਜਾਂਦੇ ਨੇ। ਕੋ ਆਵੈ ਕੋ ਕਰੇ ਪਿਆਨਾ, ਭੀਰ ਭੂਰ ਹੋਈ ਤੇ ਥਾਨਾ। ਜਿੱਤੇ ਰੰਧਾਵੇ ਤੇ ਖੂਹ ਤੇ ਪੂਰਾ ਮੇਲਾ ਲੱਗ ਗਿਆ ਜੀ, ਭੀੜ ਲੱਗ ਗਈ। ਕੋਈ ਆ ਰਿਹਾ ਹੈ, ਨਮਸਕਾਰ ਕਰਦਾ, ਕੁਝ ਸਮਾਂ ਬੈਠਦਾ, ਉੱਠ ਕੇ ਚਲਾ ਜਾਂਦਾ ਹੈ। ਕੋਈ ਆ ਰਿਹਾ, ਕੋਈ ਜਾ ਰਿਹਾ ਹੈ। ਲੈ ਉਪਦੇਸ਼ ਸਿੱਖ ਕੋ ਹੋਵੈ, ਸਿਮਰੇ ਨਾਮ ਸਕਲ ਅਗ ਖੁਵੈ। ਕਈ ਤੇ ਕੇਵਲ ਕੁਝ ਨਾ ਕੁਝ ਮੰਗਣ ਹੁੰਦੇ ਨੇ ਕਿ ਮੈਨੂੰ ਰੁਪਈਆ ਪੈਸਾ ਧਨ ਵਾਧੂ ਖੁੱਲ੍ਹਾ ਮਿਲ ਜੇ, ਧੀ ਮਿਲ ਜੇ, ਪੁੱਤਰ ਮਿਲ ਜੇ। ਪਰ ਕੁਝ ਕੇਵਲ ਤੇ ਕੇਵਲ ਗੁਰੂ ਸਾਹਿਬ ਦੀ ਸਿੱਖੀ ਲੈਣ ਵਾਸਤੇ ਹੁੰਦੇ ਨੇ। ਉਪਦੇਸ਼ ਸੁਣਦੇ ਨੇ, ਗੁਰੂ ਦੇ ਸਿੱਖੇ ਨੂੰ ਧਾਰਨ ਕਰਦੇ ਨੇ ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਇੱਕ ਤੇ ਦੂਸਰ ਮਹਿਮਾ ਸੁਣ ਕੇ, ਆਏ ਪਰੇ ਚਰਨਣ ਗੁਰ ਗੁਣ ਕੈ। ਇੱਕ ਦੂਜੇ ਤੋਂ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਨਾ, ਜਦੋਂ ਕੋਈ ਦੂਸਰੇ ਨੂੰ ਜਾ ਕੇ ਸੁਣਾਉਂਦਾ, ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ, ਉਹ ਸਿੱਖੀ ਦੀਆਂ ਦਾਤਾਂ ਵੰਡਦੇ ਨੇ, ਉਹ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦਿੰਦੇ ਨੇ। ਇਸ ਤਰ੍ਹਾਂ ਸੁਣ ਕੇ ਉਹ ਵੀ ਆਉਂਦੇ ਨੇ। ਉਹ ਆ ਕੇ ਕਹਿੰਦੇ ਨੇ, ਸਤਿਗੁਰੂ ਜੀ ਅੱਜ ਤੋਂ ਤੁਸੀਂ ਸਾਡੇ ਗੁਰੂ। ਔਰ ਕੇਵਲ ਕਹਿੰਦੇ ਨਹੀਂ, ਕਹਿੰਦੇ ਪਰੇ ਆਏ ਪਰੇ ਚਰਨਣ ਗੁਰ ਗੁਣ ਕੇ। ਗੁਰੂ ਨੂੰ ਗੁਰੂ ਮੰਨ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਪੈਂਦੇ ਨੇ। ਕਿਤਕ ਕਾਮਨਾ ਧਰ ਕਰ ਸੇਵੈ, ਜੋ ਇੱਛਾ ਬਿਨ ਸੰਸੈ ਲੇਵੈ। ਔਰ ਕਈ ਤੇ ਕੇਵਲ ਕੋਈ ਨਾ ਕੋਈ ਕਾਮਨਾ ਲੈ ਕੇ ਆਉਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਮਸਕਾਰ ਕਰਦੇ ਨੇ, ਔਰ ਉਹਨਾਂ ਦੀ ਕਾਮਨਾ, ਉਹਨਾਂ ਦੀ ਇੱਛਾ ਗੁਰੂ ਸਾਹਿਬ ਜੀ ਪੂਰੀ ਕਰਦੇ ਨੇ। ਨਿਰਮਲ ਮਨ ਕਰਨੇ ਕੇ ਹਿਤਾ, ਰਹੇ ਕਿਤਕ ਢਿਗ ਪ੍ਰੀਤ ਸਮੇਤਾ। ਕੁਝ ਕੇਵਲ ਤੇ ਕੇਵਲ ਆਪਣੇ ਮਨ ਨੂੰ ਨਿਰਮਲ ਕਰਨ ਵਾਸਤੇ ਹੁੰਦੇ ਨੇ ਕਿ ਸਤਿਗੁਰੂ ਦੇ ਬਚਨ ਸੁਣਨੇ ਨੇ, ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਜੀਵਨ ਵਿੱਚ ਕਮਾਉਣਾ ਹੈ। ਉਹ ਇਸ ਭਾਵਨਾ ਦੇ ਨਾਲ ਆਉਂਦੇ ਨੇ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਕਾਫੀ ਸਮਾਂ ਬੈਠਦੇ ਨੇ, ਬੈਠੇ ਰਹਿ ਜਾਂਦੇ ਨੇ। ਸਤ ਸੰਗਤ ਹੋਵਣ ਬਹੁ ਲਾਗੇ, ਕਰੇ ਕੀਰਤਨ ਸ਼ਰਧਾ ਜਾਗੇ। ਉੱਥੇ ਅਜਿੱਤੇ ਰੰਧਾਵੇ ਤੇ ਖੂਹ ਤੇ ਸਤ ਸੰਗਤ ਹੋਣ ਲੱਗੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਆਪ ਕੀਰਤਨ ਕਰਦੇ ਨੇ। ਔਰ ਜਿਹੜੇ ਬੜੇ ਹੋਏ ਸਿੱਖ ਨੇ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਕੁਝ ਯਾਦ ਹੈ ਉਹ ਬੋਲਦੇ ਨੇ। ਜਿੱਥੇ ਗੁਰੂ ਸਾਹਿਬ ਜੀ ਬਾਰ-ਬਾਰ ਬੋਲਦੇ ਨੇ, ਉਸ ਸਥਾਈ ਨੂੰ ਬਾਰ-ਬਾਰ ਬੋਲਦੇ ਨੇ।
दर्शन केर प्राप्त विसाला, क्यों न चले नेके नार चाला। और कवि संतोख सिंह जी कहते होवे भी क्यों ना, ये आनंद आवे भी क्यों ना कि सतगुरु धन गुरु नानक साहिब के दर्शन करते हैं जेडे भी उन्होंने प्रताप ही इन्ना सी कि बदो बदी आके लोग चरणों में झुकते सन। भूतो नगर को चौधरी नाम अजिता जाहे, इस नगर का चौधरी सी अजिता रंधावा, जेड़ा पहलों मूलचंद नाल आया फिर घर नूं चला गया। महिमा प्रभु अवलोक कै समझो निज मन माहे, जदों अजिते रंधावे ने गुरु साहिब जी की महिमा सुनी ते खूह के उत्ते लोगों की लगी हुई भीड़ देखी। शरधा भावें पहलों भी सी, पर हुण वो शरधा जिहड़ी भरोसे च बदल गई कि ये केवल रब के भेजे हुए अवतार ही नहीं, ये आप ही रब ने। जह सोहत बेदे कुलदीपा, गमणियो तिनके तबे समीपा। जिथे सतगुरु धन गुरु नानक साहिब जी चौंकड़ा मार के बैठे ने खूह उत्ते, ये अजिता रंधावा उत्थे पहुंचा है वकार दीन प्रेम उबर कै, रहो चरणन कवलन सिर धर कै। कहते बड़ा दीन हो के पूरी श्रद्धा ते पूरा भरोसा लेके आया है, बड़े प्रेम के नाल गुरु साहिब के चरणों के विच लम्मा पै के ने सिर रखे गुरु साहिब के चरणों च, बस सिर टिका ही दिता, ऐसा टिकाया कि फिर चुकया नहीं। बहुरना ऊपर शीस उठावा, सिर नानक जे कछ ना अलावा। अजिते रंधावे ने ऐसा शीस गुरु साहिब के चरणों से टिकाया, फिर चुकया नहीं। और धन गुरु नानक साहिब जी ने कृपा की, गुरु साहिब जी ने कोई वचन नहीं किया। नहीं तो सतगुरु जी उस वे किसी को हथ ला के सिर ते उठाते हैं, किसी को मोढे तो फड़ के उठाते हैं। यह अजिता रंधावा लम्मे पिया है, सिर रखे है, और गुरु साहिब जी बिल्कुल बैठे ने, कुछ नहीं बोले। बैठ रहे तूषण को तारे, जो निज सेवक मुख उधारे। कवि संतोख सिंह जी कहते हैं जेडे सतगुरु जी अपने सेवकों को मुक्ति देने वाले ने, ये विकारां दे बंधन तोड़ने वाले ने, वो सतगुरु धन गुरु नानक साहिब जी अज बिल्कुल चुप हो के बैठे रहे ने। और कितना कुछ समा बैठते हैं, अगे जिहड़ी कृपा करनगे अजिते रंधावे ते वो आपां कल विचारांगे। होईयां फुल्लां दी खिमा। आओ एक दो मिनट होर रसना दे नाल हाज़री लवाई, फिर समाप्ति है जी। वाह